देखी जो उनकी आंखों में पहली दफ़ा नमी, यूँ लग रहा था जैसे समुंदर उदास है। वॉइस ऑफ इंडिया रेडियो पे आपका सबका हार्दिक स्वागत। मैं हूँ योगराज गुप्ता। आप सबको मेरा आदाब, नमस्कार और प्यार भरी सत श्री अकाल। आज हमारे स्टूडियो में तशरीफ़ फरमा है नामवर होप होम्यो डॉक्टर प्रगट प्रनांग और डॉक्टर कमलजीत प्रनांग। आपका हम रेडियो स्टूडियो में आपका हार्दिक स्वागत करते हैं। शुक्रिया जी। आपका कई अरसे से आपका होम्योपैथी से संबंध रहा है और आपने कितने सालों की आपकी प्रैक्टिस भी है और आपका एक अपना मुकाम है, एक अच्छा नाम है। कई हज़ारों पेशेंट को आपने डील किया है, तो थोड़ा इस बारे में आप अपना बताएं। अपना जो क्लिनिक आपने जो यहाँ स्टार्ट किया है, इसके बारे में थोड़ी जानकारी दें थोड़ा। ਗੁਪਤਾ ਜੀ, ਸਭ ਤੋਂ ਪਹਿਲਾਂ ਤੁਹਾਡਾ ਤੇ ਵੌਇਸ ਆਫ ਇੰਡੀਆ ਦੀ ਟੀਮ ਦਾ ਅਸੀਂ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ ਜੋ ਤੁਸੀਂ ਸਾਨੂੰ ਮੌਕਾ ਦਿੱਤਾ ਇੱਥੇ ਆਉਣ ਦਾ। नहीं, हमारे लिए भी बहुत आनंद है आपका। ਸੈਕੰਡਰੀ ਜੇ ਅਸੀਂ ਆਪਣੀ ਹੋਮਪੈਥੀ ਪ੍ਰੈਕਟਿਸ ਦੀ ਗੱਲ ਕਰਦੇ ਹਾਂ ਤਾਂ ਕਰੀਬ ਸਾਨੂੰ 2 ਦਹਾਕੇ ਮਤਲਬ 2 ਡਿਕੇਡਸ ਦੇ ਨੇੜੇ ਹੋ ਚੁੱਕੇ ਨੇ ਪ੍ਰੈਕਟਿਸ ਸ਼ੁਰੂ ਕੀਤਿਆਂ ਨੂੰ। ਇਹਦੇ ਵਿੱਚ ਕੁਝ ਦੇਰ ਕਰੀਬ 15 ਸਾਲ ਇੰਡੀਆ ਦੇ ਵਿੱਚ ਪ੍ਰੈਕਟਿਸ ਕੀਤੀ ਹੈ। ਸਾਡਾ ਦੂਸਰੀ ਪ੍ਰੈਕਟਿਸ ਨਾਲੋਂ ਫਰਕ ਇਸ ਤਰ੍ਹਾਂ ਰਿਹਾ ਸ਼ੁਰੂ ਤੋਂ ਕਿ ਅਸੀਂ ਕਲਾਸੀਕਲ ਹੋਮਿਓਪੈਥ ਹਾਂ। ਕਲਾਸੀਕਲ ਹੋਮਿਓਪੈਥ ਦਾ ਮਤਲਬ ਅਸੀਂ ਉਸ ਹੋਮਿਓਪੈਥੀ ਨੂੰ ਫੋਲੋ ਕਰਦੇ ਹਾਂ ਜੋ ਲੱਭੀ ਗਈ ਸੀ ਓਰੀਜਨਲ। अच्छा, ਅਸੀਂ ਉਹਦੇ ਵਿੱਚ ਆਪਣੀਆਂ ਜੋ ਸੁਪਰਸਟੀਸ਼ੀਅਸ ਨੇ ਜਾਂ ਆਪਣੇ ਕੁਝ ਫਾਰਮੂਲੇ ਅਸੀਂ ਕਦੇ ਅਪਲਾਈ ਨਹੀਂ ਕੀਤੇ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਮਝਣਾ, ਕੋਰ ਤੋਂ ਸਮਝਣਾ, ਚਾਹੇ ਉਹ ਧਰਮ ਹੈ ਚਾਹੇ ਕਿਸੇ ਵੀ ਚੀਜ਼ ਨੂੰ, ਤਾਂ ਉਹਦੀ ਕੁਝ ਰਹਿਤ ਮਰਿਆਦਾ, ਕੁਝ ਉਹਦੀਆਂ ਰਿਸਟ੍ਰਿਕਸ਼ਨਸ ਨੇ, ਅਸੀਂ ਉਹਨਾਂ ਨੂੰ ਸਟ੍ਰਿਕਟਲੀ ਫੋਲੋ ਕੀਤਾ ਪਹਿਲੇ ਦਿਨ ਤੋਂ। अच्छा, ਅਤੇ ਉਹਦਾ ਰਿਜ਼ਲਟ ਸਾਨੂੰ ਇਹ ਮਿਲਿਆ ਵੀ ਜਿਹੜੀਆਂ ਬਿਮਾਰੀਆਂ ਦੇ ਵਿੱਚ ਆਮ ਹੋਮਿਓਪੈਥ ਫੇਲ ਹੋ ਜਾਂਦੇ ਆ, ਸਾਨੂੰ ਉੱਥੇ ਬਹੁਤ ਚੰਗੇ ਰਿਜ਼ਲਟ ਮਿਲੇ ਨੇ। अच्छा, ਚਾਹੇ ਉਹ ਚਮੜੀ ਦੀਆਂ ਬਿਮਾਰੀਆਂ ਹੋਣ, ਚਾਹੇ ਉਹ ਸਾਈਕੋਲੋਜੀਕਲ ਡਿਸਆਰਡਰਸ ਹੋਣ। ਇਹਦੇ ਲਈ ਇੱਕ ਚੀਜ਼ ਸਾਨੂੰ ਜ਼ਰੂਰ ਕਰਨੀ ਪਈ ਹੈ ਕਿ ਸਾਨੂੰ ਲਗਾਤਾਰ ਦੋਨਾਂ ਨੂੰ ਸਟੱਡੀ ਦੇ ਵਿੱਚ ਅਪਗ੍ਰੇਡ ਕਰਨਾ ਪਿਆ। ये लकीली आप दोनों मियाँ बीवी एक ही शोबा से हो, एक ही आपका फील्ड है, विच इज़ एडेड फीचर टू। हाँ, ਹਾਂਜੀ, ਜਦੋਂ 5-7 ਸਾਲ ਦੀ 10 ਸਾਲ ਦੀ ਪ੍ਰੈਕਟਿਸ ਤੋਂ ਬਾਅਦ ਲੱਗਿਆ ਕਿ ਸ਼ਾਇਦ ਨਿਊਟ੍ਰੀਸ਼ਨ ਦਾ ਵੀ ਇੱਕ ਬੜਾ ਵੱਡਾ ਇਫੈਕਟ ਹੋ ਸਕਦਾ, ਤਾਂ ਉਸ ਚੀਜ਼ ਨੂੰ ਕਵਰ ਕਰਨ ਲਈ ਡਾਕਟਰ ਕਵਰ ਨੇ ਫੈਲੋਸ਼ਿਪ ਇਨ ਅਪਲਾਈਡ ਨਿਊਟ੍ਰੀਸ਼ਨ ਮੈਡਵਰਸਿਟੀ ਅਪੋਲੋ ਹਸਪੀਟਲ ਤੋਂ ਕੀਤੀ। अच्छा, अच्छा, ਉਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਸਾਡੇ ਕੋਲ ਜਿਹੜੇ ਨਾਰਮਲ ਕੇਸ ਦੇ ਨਾਲ ਨਾਲ ਕੁਝ ਸਪੈਸ਼ਲ ਨੀਡ ਕਿਡਸ, ਸਾਈਕੋਲੋਜੀਕਲ ਡਿਸਟਰਬੈਂਸਿਸ ਅਤੇ ਨਿਊਰੋ ਦੇ ਕੇਸ ਆਉਣੇ ਸ਼ੁਰੂ ਹੋਏ, अच्छा, ਤਾਂ ਮੈਨੂੰ ਲੱਗਿਆ ਕਿ ਸਾਨੂੰ ਕੁਛ ਇਹਦੇ 'ਤੇ ਹੋਰ ਸਟੱਡੀ ਕਰਨ ਦੀ ਲੋੜ ਹੈ। अच्छा, ਫਿਰ ਉਸ ਤੋਂ ਬਾਅਦ 2014 ਦੇ ਵਿੱਚ ਫੈਲੋਸ਼ਿਪ ਇਨ ਨਿਊਰੋਲੋਜੀਕਲ ਰੀਹੈਬਿਲਿਟੇਸ਼ਨ ਮੈਂ ਵੀ ਕਰ ਲਈ। अच्छा, अच्छा, ਅਤੇ ਉਹਦਾ ਡਾਇਰੈਕਟਲੀ ਇਫੈਕਟ ਇਹ ਹੋਇਆ ਵੀ ਸਾਨੂੰ ਜੋ ਕੋਰ ਚੀਜ਼ਾਂ ਹੈ, ਕਈ ਵਾਰ ਅਸੀਂ ਜਿੱਦਾਂ ਹੁਣ ਇੱਕ एक्सपोजर और बढ़ गया है। ਹਾਂਜੀ, बिल्कुल। ਉਹਨਾਂ ਚੀਜ਼ਾਂ ਨੂੰ ਅਸੀਂ ਹੋਰ ਬੜੇ ਵਧੀਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ। ਹੋਮਿਓਪੈਥੀ ਇੱਕ ਇਹੋ ਜਿਹੀ ਸਟੱਡੀ ਹੈ ਵੀ ਜਿਸ ਦਿਨ ਤੁਸੀਂ ਮੰਨ ਲਓ ਵੀ ਅੱਜ ਛੱਡਤੀ ਤਾਂ 2 ਸਾਲਾਂ ਦੇ ਵਿੱਚ ਤੁਹਾਡੀ ਪ੍ਰੈਕਟਿਸ ਦੇ ਵਿੱਚ ਡਾਊਨਫਾਲ ਆਉਣਾ ਦਿਖ ਜਾਏਗਾ। ਇੱਕ ਰੈਗੂਲਰ कंटिन्यूएशन चाहिए इसमें, बिल्कुल। ਇੱਕ ਤਪੱਸਿਆ ਹੈ, ਜਿਹੜਾ ਜਿੰਨਾ ਹੀ ਕਰ ਸਕਦਾ ਉਹਨੇ ਵਧੀਆ ਰਿਜ਼ਲਟ ਮਿਲ ਸਕਦੇ। नहीं, आप दोनों का इतना कई सालों का तजर्बा है, आपने तो हज़ारों पेशेंट को देखे हैं डिफरेंट हेल्थ प्रॉब्लम के लिए। कुछ चंद एक उदाहरण दें, इसके बारे में बताएं। ਜਦੋਂ ਅਸੀਂ ਇੰਡੀਆ ਦੇ ਵਿੱਚ 2006 ਦੇ ਵਿੱਚ ਮੇਰੇ ਕੋਲ ਇੱਕ ਵਾਰ ਇੱਕ ਬੱਚੇ ਨੂੰ ਪੇਰੈਂਟਸ ਲੈ ਕੇ ਆਏ। ਉਦੋਂ ਤੱਕ ਸਾਨੂੰ ਦੋਨਾਂ ਨੂੰ ਬਹੁਤਾ ਅਸੀਂ ਤਜਰਬਾ ਨਹੀਂ ਸੀ ਕੀਤਾ ਸਾਈਕੋਲੋਜੀਕਲ ਜਾਂ ਸਪੈਸ਼ਲ ਨੀਡ ਕਿਡਸ ਦੇ ਵਿੱਚ। अच्छा, ਉਸ ਬੱਚੇ ਦੇ ਪੇਰੈਂਟਸ ਤੋਂ ਵੈਸੇ ਅਸੀਂ ਪਰਮਿਸ਼ਨ ਲਈ ਹੋਈ ਹੈ ਉਸ ਬੱਚੇ ਨੂੰ ਦੇ ਕੇਸ ਨੂੰ ਰਿਪਰੈਜ਼ੈਂਟ ਕਰਨ ਲਈ ਕਿਸੇ ਵੀ ਲੈਵਲ ਦੇ ਉੱਪਰ। ਉਸ ਬੱਚੇ ਦਾ ਨਾਂ ਸਾਹਿਲ ਸੀ। अच्छा, ਉਹ ਲੁਧਿਆਣਾ ਦੇ ਇੱਕ ਕਲੋਨੀ ਤੋਂ ਬਹੁਤ ਗਰੀਬ ਪਰਿਵਾਰ ਦਾ ਬੱਚਾ ਸੀ। ਉਹਦੇ ਤੀਸਰਾ ਬੱਚਾ ਉਹ ਆਪਣੇ ਪਰਿਵਾਰ 'ਚ। अच्छा, ਉਹ ਕਾਫੀ ਸਾਲਾਂ ਤੋਂ ਬੈੱਡ ਦੇ ਉੱਪਰ ਪਿਆ ਸੀ। ਮੇਰੇ ਕੋਲ ਅੱਜ ਉਹਦੀ ਵੀਡੀਓ ਪਈ ਹੈ, ਸ਼ਾਇਦ YouTube 'ਤੇ ਔਨਲਾਈਨ ਵੀ ਪਈ ਹੈ। ਉਹ ਲਿਆ ਕੇ ਉਹਨਾਂ ਨੇ ਮੇਰੇ ਕੋਲ ਟੇਬਲ 'ਤੇ ਰੱਖਤਾ। ਬੱਚਾ ਵੈਜੀਟੇਟਿਵ ਫਾਰਮ ਸੀ। अच्छा, ਵੈਜੀਟੇਟਿਵ ਫਾਰਮ ਅਸੀਂ ਉਸ ਚੀਜ਼ ਨੂੰ ਕਹਿ ਦਿੰਦੇ ਹਾਂ ਵੀ ਬੰਦੇ ਅਤੇ ਸਬਜ਼ੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਰਹਿ ਜਾਂਦਾ। ਮਤਲਬ ਬੱਚਾ ਆਪਣੇ ਜੋ ਡੇਲੀ ਰੂਟੀਨ ਸੀ, ਜਿੱਦਾਂ ਭੁੱਖ ਲੱਗੀ ਹੈ ਖਾਣ ਲਈ ਦੱਸ ਸਕਦਾ ਜਾਂ ਵਾਸ਼ਰੂਮ ਤੱਕ ਆਪ ਜਾ कोई ਸਕਦਾ। सेंस नहीं है वैसे। ਇਹੋ ਜਿਹੀ ਕੁਛ ਨਹੀਂ ਸੀ ਕਰ ਸਕਦਾ। ਅਤੇ ਉਹਦੇ ਪੇਰੈਂਟਸ ਦਾ ਅਸੀਂ ਵਿਸ਼ਵਾਸ ਦੇਖ ਕੇ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਇਹਨਾਂ ਚੀਜ਼ਾਂ ਲਈ ਬਹੁਤੇ ਜ਼ਿਆਦਾ ਯੂਜ਼ ਟੂ ਨਹੀਂ ਹੈਗੇ, ਪਰ ਉਹਨਾਂ ਨੇ ਇੰਨਾ ਵਿਸ਼ਵਾਸ ਜਤਾਇਆ ਸ਼ਾਇਦ ਜਾਂ ਉਹਨਾਂ ਨੂੰ ਜਾਂ ਪ੍ਰਮਾਤਮਾ ਨੇ ਸਾਨੂੰ ਕੁਝ ਸਿਖਾਉਣਾ ਸੀ। ਅਤੇ ਡਾਕਟਰ ਕਵਰ ਕਹਿੰਦੇ ਚਲੋ ਤੁਸੀਂ ਸ਼ੁਰੂ ਕਰੋ ਇਹਨੂੰ ਕਿ ਦੇਖਦੇ ਹਾਂ ਕੇਸ। ਉਹ ਕੇਸ ਦੇਖਿਆ ਜੀ 6 ਮਹੀਨੇ ਦੇ ਵਿੱਚ ਉਹ ਬੱਚਾ ਆਪਣੇ ਮਦਰ ਦੇ ਨਾਲ ਸਪੋਰਟ ਨਾਲ ਖੜਾ ਹੋਣ ਲੱਗ ਗਿਆ। अच्छा, ਉਸ ਚੀਜ਼ ਨੇ ਸਾਨੂੰ ਇੰਨੀ Encouragement ਇਨਕਰੇਜਮੈਂਟ ਦਿੱਤੀ। ਉਸ ਬੱਚੇ ਦਾ ਸਾਡੇ ਕੋਲ 2-2.5 ਸਾਲ ਇਲਾਜ ਚੱਲਿਆ। ਉਸ ਤੋਂ ਬਾਅਦ ਬੱਚਾ ਉਂਗਲੀ ਫੜ ਕੇ ਚੱਲਣਾ ਸ਼ੁਰੂ ਹੋ ਗਿਆ, ਫਿਰ ਆਪਣੇ ਆਪ ਚੱਲਣਾ ਸ਼ੁਰੂ ਹੋ ਗਿਆ।
ਅੱਜ ਉਹ ਬੱਚੇ ਨੂੰ ਤੁਸੀਂ ਬਿਲਕੁਲ ਨਾਰਮਲ। ਹਾਂਜੀ, ਕਿਸੇ ਨੂੰ ਵੀ ਕੋਈ ਸ਼ੱਕ ਹੋਵੇ ਤੁਹਾਡੇ ਕਿਸੇ ਸਰੋਤੇ ਨੂੰ ਵੀ ਡਾਇਰੈਕਟਲੀ ਕੰਟੈਕਟ ਕਰਕੇ ਮੇਰੇ ਤੋਂ ਨੰਬਰ ਲੈ ਸਕਦਾ ਤੇ ਉਹਦੇ ਪੇਰੈਂਟਸ ਨਾਲ ਇੰਡੀਆ 'ਚ ਗੱਲ ਕਰ ਸਕਦਾ, ਜਾ ਕੇ ਦੇਖ के आ सकता है। कितनी ब्लेसिंग थी वो। बिल्कुल जी। उस आप केस तो एक माध्यम बने उसको क्योर करने का, ऊपर वाले की। हाँ जी, हाँ। परमात्मा जी करने वाला था। बिल्कुल ਤੁਹਾਡੀ ਗੱਲ ਸਹੀ ਹੈ। ਉਸ ਕੇਸ ਦੇ ਉੱਤੇ ਕੁਝ ਕੰਟਰਡਿਕਸ਼ਨ ਚੱਲੀ ਇੰਡੀਆ ਦੇ ਵਿੱਚ, ਤਾਂ ਜਿਹੜੇ ਉਸ ਟਾਈਮ ਇੱਕ ਪੰਜਾਬ ਟੂਡੇ ਨਾਂ ਦਾ ਨਿਊਜ਼ ਚੈਨਲ ਚੱਲਦਾ ਸੀ। ਅੱਛਾ ਉਹ ਸਪੈਸ਼ਲ ਤੌਰ ਤੇ ਸਾਡੇ ਕੋਲ ਕਲੀਨਿਕ ਤੇ ਆਏ। ਅੱਛਾ, ਡਾਕੂਮੈਂਟਰੀ ਬਣਾਈ ਉਸ। ਹਾਂਜੀ, ਉਹਨਾਂ ਨੇ ਪੁੱਛਿਆ, ਕਹਿੰਦੇ ਇਹ ਕਿੱਦਾਂ ਪੋਸੀਬਲ ਹੈ ਜਿਹੜਾ ਤੁਸੀਂ ਦਿਖਾ ਰਹੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ। नहीं, वो बच्चे को पैदाइशी प्रॉब्लम थी या पैदाइशी अच्छा, जी, अच्छा, वो अच्छा। ठीक नहीं हुआ बच्चा। शायद 1 साल का था जब हॉस्पिटल में एडमिट हुआ, उसके बाद उसको पेरेंट्स के मुताबिक वो बेड पे बिल्कुल यहाँ भी बहुत है, नार्थ इलाका में बहुत है स्पेशल ਸੀਗਾ ਉਹ ਕੁਝ। ਤੇ ਉਹ ਬੈੱਡ ਤੇ ਪਿਆ ਜੀ। ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੀ ਗੱਲ ਨਾ ਸੁਣੋ, ਠੀਕ ਹੈ, ਮੈਂ ਤੁਹਾਨੂੰ ਪਹਿਲੇ ਵੀਡੀਓ ਦਿਖਾਤੀ, ਹੁਣ ਤੁਸੀਂ ਇੱਕ ਕੰਮ ਕਰੋ ਵੀ ਉਹਦੇ ਮੁਹੱਲੇ 'ਚ ਜਾਓ ਉੱਥੇ। ਤਾਂ ਉਹ ਉਹਨਾਂ ਨੇ ਉਹਨਾਂ ਦੇ ਪ੍ਰੋਪਰ ਡਾਕੂਮੈਂਟਰੀ ਆਈ ਉਹਦੀ, ਤਾਂ ਉਹਨਾਂ ਨੇ ਇਕੱਲੇ ਗੁਆਂਢੀਆਂ ਦੇ ਉੱਤੋਂ ਗੱਲ ਕੀਤੀ, ਇੱਕ ਨਾਲ ਸ਼ੌਪਕੀਪਰ ਸੀ ਉਹਦੇ ਕੋਲ ਗੱਲ ਕੀਤੀ, ਜਿਹੜਾ ਉਹਨੂੰ ਡੇਲੀ ਟੌਫੀ कैंडीज फ्री कर दिंदा बिल्कुल। सी। हाँ, कितने फख्र की बात है। देखो आपको भगवान ने ऐसा मौका दिया आपने। काफ़ी देर बाद फिर वो बच्चा साइकिल भी चलाने जोगा एबल हो गया। बिल्कुल नॉर्मल लाइफ च तो नहीं आया, पर बच्चे जो पेरेंट्स से डिपेंडेंसी सी वो खत्म हो गई। ਉਹ ਆਪਣੀ ਮਦਰ ਤੋਂ ਡਿਮਾਂਡ ਕਰਨ ਲੱਗ ਗਿਆ। ਫਿਰ ਉਹਦੀ ਗ੍ਰੈਂਡਮਦਰ ਕਹਿੰਦੇ ਸੀ ਵੀ ਇਹ ਲੱਗਦਾ ਕਿ ਪ੍ਰੋਪਰ ਲਾਈਕ ਜਦੋਂ ਸੈਂਟੈਂਸ ਕਦੋਂ ਬਣਾਊਗਾ, ਪੂਰੀ ਲੰਬੀ ਵਾਕ 'ਚ ਕਦੋਂ ਗੱਲ ਕਰੂਗਾ। ਤਾਂ ਮੈਨੂੰ ਲੱਗਦਾ ਕਿ ਸਾਲ ਬਾਅਦ ਉਹ ਉਸ ਤੋਂ ਯਾਨੀ ਨੈਕਸਟ ਈਅਰ ਬਾਅਦ 2.5 ਸਾਲ ਬਾਅਦ ਬੋਲਣ ਲੱਗ ਗਿਆ ਕਿ ਉਹ ਕਹਿੰਦੇ ਹੁਣ ਉਹਨੂੰ ਚੁੱਪ ਕਰਵਾਉਣ ਦੀ ਦਵਾਈ ਦਿਓ। ਮੈਂ ਕਿਹਾ ਜੀ ਉਹ ਸਾਡਾ ਕੰਮ ਨਹੀਂ, ਹੁਣ ਜੋ ਪਿਛਲੇ ਸਾਲਾਂ 'ਚ ਨਹੀਂ ਬੋਲਿਆ ਹੁਣ ਇਹ ਪੂਰਾ ਕਰ ਰਿਹਾ। ਤਾਂ ਉਹਦੇ ਗ੍ਰੈਂਡਮਦਰ ਜਿਹੜੀ ਬੈੱਡ ਤੇ ਪਏ ਸੀਗੇ, ਉਹਨਾਂ ਦੇ ਬੈੱਡ ਤੇ ਪਏ ਉਹ ਦੇਖ ਰਹੇ ਸੀ ਚੇਂਜਸ। ਤਾਂ ਫਿਰ ਜਦੋਂ ਅਸੀਂ ਉਹਨਾਂ ਦੇ ਘਰ ਗਏ, ਸਪੈਸ਼ਲੀ ਉਹਨਾਂ ਨੇ ਬੁਲਾਇਆ। ਹਾਂਜੀ, ਤਾਂ ਕਈ ਵਾਰ ਤੁਹਾਨੂੰ ਨਾ ਖੁਦ ਯਕੀਨ ਨਹੀਂ ਹੁੰਦਾ ਕਿ ਹੋਮਪੈਥੀ ਏਬਲ ਹੈ ਕਰਨ ਦੇ ਹਨ ਇਸ ਤਰ੍ਹਾਂ ਦੇ। ਤਾਂ ਉਸ ਤੋਂ ਮੈਨੂੰ ਜਦੋਂ ਉਸ ਤੋਂ ਬਾਅਦ ਅਸੀਂ ਫ੍ਰੀ ਮੈਡੀਕਲ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਪੰਜਾਬ 'ਚ ਕਾਫੀ ਜਗ੍ਹਾ ਦੇ ਉੱਤੇ, ਸੰਗਰੂਰ, ਅੰਮ੍ਰਿਤਸਰ, ਲੁਧਿਆਣਾ, ਤਰਨਤਾਰਨ, ਕਾਫੀ ਡਿਸਟ੍ਰਿਕਟਸ ਦੇ ਵਿੱਚ ਅਸੀਂ ਫ੍ਰੀ ਮੈਡੀਕਲ ਕੈਂਪ ਅਰੇਂਜ ਕੀਤੇ। ਕੁਝ ਕੈਂਪ ਅਰੇਂਜ ਕਰਦੇ ਸਾਡੇ ਕੋਲ ਇਹਨਾਂ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਆਉਣਾ ਸ਼ੁਰੂ ਹੋ ਗਏ। ਅਸੀਂ ਅੰਮ੍ਰਿਤਸਰ ਸਾਡਾ ਦੂਸਰਾ ਕਲੀਨਿਕ ਸੀ, ਤਾਂ ਉੱਥੇ ਕਈ ਵਾਰ ਇੱਕ ਦਿਨ 'ਚ 30 ਤੋਂ ਲੈ ਕੇ 40 ਬੱਚੇ ਸਪੈਸ਼ਲ ਨੀਡ ਕਿਡਸ ਹੋਮਪੈਥੀ ट्रीटमेंट लेना आना शुरू हो गए थे। अभी आपको आए कनाडा आए भी 2-3 साल हो गए अभी, है ना। 3 सालों में आप डॉक्टर साहब एक बात बताओ, अपने रोज़मर्रा की ज़िंदगी में अभी आपने तो अभी रियल एस्टेट फील्ड भी ज्वाइन किया, कई तरह के लोगों का आपसे वास्ता पड़ता है। आपको लगता है कई लोगों में बहुत सी नेगेटिविटी है, ये क्यों है, क्या कहा जाए इसका? कनाडा कॉन्फिडेंस भी नहीं है और कई लोगों में नेगेटिविटी बहुत ज़्यादा है, वो क्या है, उसका क्या रीज़न हो सकता है? They gone through with a bad experience, उसकी वजह से है कि उनका माइंडसेट ही ऐसा बना है। ਗੁਪਤਾ ਜੀ, ਸਾਡੀ ਜਿੱਦਾਂ ਅਸੀਂ ਇੱਕ ਪਲਾਂਟ ਲਾ ਦਿੰਦੇ ਹਾਂ ਤੇ ਉਹਦੇ ਤੋਂ ਜੋ এনवायरमेंट ਦਾ ਫੈਕਟਰ ਪੈਂਦਾ। ਅੱਛਾ। ਦੂਸਰਾ ਸਾਡੇ ਜੀਨਸ। ਅੱਛਾ। ਜੀਨਸ ਮਤਲਬ ਜਿੱਦਾਂ ਮੇਰੇ ਪੀੜ੍ਹੀ ਦਰ ਪੀੜ੍ਹੀ ਸਾਡੀ ਫੈਮਿਲੀ ਦੇ ਵਿੱਚ ਜੇ ਸਟਰੋਂਗ ਜੀਨਸ ਨੇ ਤਾਂ ਅਸੀਂ ਸਟਰੋਂਗ ਹੋਵਾਂਗੇ। ਅੱਛਾ। ਇਹ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਬਹੁਤ ਜ਼ਿਆਦਾ ਜੇ ਇੱਕ ਡਿਸੀਜ਼ਡ ਪਰਸਨ ਹੈ ਉਹਦਾ ਬੱਚਾ ਡਿਸੀਜ਼ਡ ਹੀ ਪੈਦਾ ਹੋਵੇ। ਜੇ ਉਹ ਡਿਸੀਜ਼ਡ ਪਰਸਨ ਨੂੰ ਸਹੀ ਤਰੀਕੇ ਨਾਲ ਹੋਮਪੈਥਿਕ ਟ੍ਰੀਟਮੈਂਟ ਦਿੱਤਾ ਜਾਵੇ ਤਾਂ ਦੇਖਿਆ ਗਿਆ ਵੀ ਆਉਣ ਵਾਲੀਆਂ ਜਨਰੇਸ਼ਨ 'ਚ ਉਹ ਬਿਮਾਰੀ ਅੱਗੇ ਟ੍ਰਾਂਸਫਰ ਨਹੀਂ ਹੁੰਦੀ। ਅੱਛਾ। ਹੁਣ ਜੋ ਕੋਈ ਜੈਨੇਟਿਕ ਵੀ ਹੁੰਦੀ ਹੈ। ਬਿਲਕੁਲ, ਉਹ ਜੈਨੇਟਿਕ ਡਿਸੀਜ਼ਸ ਦੇ ਵਿੱਚ ਵੀ ਇੰਪਰੂਵਮੈਂਟ ਦੇਖੀ ਗਈ ਹੈ ਹੋਮਪੈਥਿਕ ਮੈਡੀਸਨ। ਹੁਣ ਜੇ ਆਪਾਂ ਸ਼ੁਰੂ ਕਰੀਏ ਇੱਕ ਸੁਭਾਅ ਦੇ ਉੱਪਰ ਕਿੱਦਾਂ ਫਰਕ ਪੈਂਦਾ ਹੋਮਿਓਪੈਥੀ, ਤਾਂ ਸਾਨੂੰ ਪਹਿਲਾਂ ਜ਼ਰੂਰੀ ਹੈ ਕਿ ਇੱਕ ਨਾਰਮਲ ਸਾਇੰਸ ਜਿਹਨੂੰ ਅਸੀਂ ਬਿਹੇਵੀਅਰ ਸਾਇੰਸਿਸ ਕਹਿ ਦਿੰਦੇ ਹਾਂ, ਥੋੜ੍ਹਾ ਉਹਨੂੰ ਸਮਝਣਾ ਪਏਗਾ। ਤਾਂ ਉੱਥੋਂ ਆਪਾਂ ਨੂੰ ਉਮੀਦ ਹੈ ਕਿ ਅੱਗੇ ਸਾਇੰਸਿਸ ਦਾ ਬੇਸ ਹੀ ਸ਼ੁਰੂ ਹੋ ਕੇ ਉਹਦੇ ਟ੍ਰੀਟਮੈਂਟ ਨੂੰ ਸ਼ਾਇਦ ਅਸੈਪਟ ਕਰ ਲੈਣ ਜੋ ਮੈਡੀਕਲ ਸਾਇੰਸਿਸ ਹੈ, ਜਦੋਂ ਕਿ ਨਹੀਂ ਕਰਨੀਆਂ ਚਾਹੁੰਦੀਆਂ, ਕਿਉਂਕਿ ਸਾਰੀਆਂ ਮੈਡੀਕਲ ਸਾਇੰਸਿਸ ਦੀ ਆਪਣੀ ਅਪਰੋਚ ਹੈ, ਉਹਨੂੰ ਛੱਡਣਾ ਨਹੀਂ ਚਾਹੁੰਦੇ। ਹੁਣ ਜਿਹੜੇ ਸਾਇੰਸ ਦੇ ਅਕੋਰਡਿੰਗ ਮੰਨ ਲਓ ਕੋਈ ਬੰਦਾ ਬਹੁਤ ਹੀ ਜ਼ਿਆਦਾ ਗੁੱਸੇ ਵਾਲਾ, ਤਾਂ ਉਹਦੀ ਕਿਡਨੀ ਦੇ ਉੱਪਰ ਗਲੈਂਡ ਨੇ ਐਡਰੀਨਲ ਗਲੈਂਡ, ਜਿਹੜੇ ਹਾਰਮੋਨ ਪੈਦਾ ਕਰਦੇ ਆ ਜਿਹਦੇ ਨਾਲ ਸਾਨੂੰ ਗੁੱਸਾ ਆਉਂਦਾ। ਅੱਛਾ। ਹੁਣ ਗੁੱਸਾ ਆਉਣ ਵਾਲੇ ਬੰਦੇ ਦੇ ਵਿੱਚ ਕੁਝ ਪੋਜ਼ਿਟਿਵ ਚੀਜ਼ਾਂ ਜਿਹਨੂੰ ਅਸੀਂ ਕਹਿ ਦਈਏ, ਵੈਸੇ ਉਹ ਮੇਰੇ ਹਿਸਾਬ ਨਾਲ ਬਹੁਤੀਆਂ ਪੋਜ਼ਿਟਿਵ ਨਹੀਂ ਹੁੰਦੀਆਂ। ਪੋਜ਼ਿਟਿਵ ਚੀਜ਼ਾਂ ਜਿਵੇਂ ਗੁੱਸਾ ਆਇਆ ਤਾਂ ਕੋਈ ਹੈਵੀ ਚੀਜ਼ ਚੱਕ ਕੇ ਸੁੱਟ ਦੇ ਸਕਦਾ। ਅੱਛਾ। ਨਾਰਮਲੀ ਚੀਜ਼ ਜੋ ਨਹੀਂ ਚੱਕੀ ਜਾਂਦੀ, ਕੰਟਰੋਲ ਹੀ ਨਹੀਂ ਹੈ। ਹਾਂਜੀ। ਪਰ ਉਹਦਾ ਜਿਹੜਾ ਬੈਡ ਇਫੈਕਟ ਆ ਉਹਦੀ ਪੂਰੀ ਬਾਡੀ ਦੇ ਉੱਤੇ ਵੀ ਹੁੰਦਾ। ਜਿੱਦਾਂ ਹੁਣ ਪਿੰਪਲਸ ਨੇ, ਪਿੰਪਲਸ ਐਡਰੀਨਲ ਗਲੈਂਡ ਦੀ ਓਵਰ ਸਟਿਮੂਲੇਸ਼ਨ ਹੁੰਦੀ ਹੈ।
ਤਾਂ ਉਸ ਟਾਈਮ ਬੰਦਾ ਇਰੀਟੇਬਲ ਹੁੰਦਾ, ਦੂਸਰੇ ਨੂੰ ਪੇਸ਼ੈਂਸ ਉਹਦੀ ਖਤਮ ਹੋ ਜਾਂਦੀ ਹੈ। ਤਾਂ ਇਹਨਾਂ ਚੀਜ਼ਾਂ 'ਚ এনवायरमेंटल ਫੈਕਟਰ ਮਤਲਬ ਸਲੋ ਸਟ੍ਰੈਸ ਉਹਨੂੰ ਇੱਕ ਦਿਨ ਬਲਾਸਟ ਤੇ ਮਜਬੂਰ ਕਰ ਦਿੰਦਾ। ਬਿਲਕੁਲ। ਇਸ ਤੋਂ ਇਲਾਵਾ ਜੇ ਅਸੀਂ ਲਗਾਤਾਰ ਕਹੀਏ ਡਿਪਰੈਸ਼ਨ ਜਿਹਨੂੰ ਕਹਿੰਦੇ ਨੇ, ਤਾਂ ਉਹ 'ਚ ਜੇ ਅਸੀਂ ਲਗਾਤਾਰ ਕਿਸੇ ਦੇ ਘਰ ਜਾਂਦੇ ਹਾਂ ਜਾਂ ਮੈਨੂੰ ਪਤਾ ਲੱਗਦਾ ਕਿ ਮੇਰੇ ਕਿਸੇ ਫਰੈਂਡ ਦੇ ਕੋਈ ਮਾੜੀ ਘਟਨਾ ਵਾਪਰ ਗਈ ਹੈ, ਤਾਂ ਮੈਨੂੰ ਆਪਣੇ ਆਪ ਨੂੰ ਦੱਸਣ ਦੀ ਲੋੜ ਨਹੀਂ, ਆਈ ਹੈਵ ਟੂ ਫੀਲ ਸੈਡ, ਮੈਨੂੰ ਟ੍ਰੇਨਡ ਕਰਨ ਦੀ ਲੋੜ ਨਹੀਂ। बिल्कुल सही बात है, हम ह्यूमन बीइंग है, वो इट्स एन ऑटोमेटिकली फिनोमिना रिफ्लेक्ट होती है। जैसे ही आपके थॉट आती है ना माइंड में, तो आपका जो ग्लैंड है पिट्यूटरी वो कुछ हार्मोन रिलीज करता है, अच्छा, सेंटर ऑफ ब्रेन। तो उससे क्या होता है कि बॉडी में सेरोटिन लेवल बढ़ जाता है, यू आर फीलिंग सैड, डिप्रेस्ड, फीलिंग टीयर इन आईज। अच्छा, थोड़ी देर बाद बॉडी की एनर्जी भी कम हो जाती है। अच्छा, अच्छा, अगर सेरोटिन ਦਾ ਲੈਵਲ ਉਹ ਸੇਮ ਲਗਾਤਾਰ ਹੀ ਵਧ ਰਿਹਾ ਹਮ। ਤੇ ਉਹ ਕੁਝ ਲੰਬੇ ਸਮੇਂ ਤੱਕ ਵਧ ਜਾਂਦਾ ਹੈ, ਤਾਂ ਉਹ ਉਹ ਪੇਸ਼ੈਂਟ depression। ਸੁਸਾਈਡਲ ਵੀ ਕਰ ਸਕਦਾ। अच्छा, ਦੈਟ ਇਜ਼ ਐਨ हाँ, ਦੈਟ ਇਜ਼ ਐਨ ਅਸੀਂ ਉਹਨੂੰ ਕਹਿੰਦੇ ਨੇ ਡਿਪਰੈਸ਼ਨ। अच्छा, ਇਦਾਂ ਹੀ ਜੇ ਅਸੀਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ ਤਾਂ ਸਾਡੀ ਬਾਡੀ ਨੂੰ ਟ੍ਰੇਨਡ ਕਰਨ ਦੀ ਲੋੜ ਨਹੀਂ, ਨਾ ਆਈ ਐਮ ਫੀਲ ਹੈਪੀ, ਮੈਨੂੰ ਚੀਅਰਫੁਲ ਹੋਣਾ ਚਾਹੀਦਾ। ਨੋ, ਜਸਟ ਵਿਦ ਦਾ ਥਾਟਸ ਮੇਰੀ ਬਾਡੀ 'ਚ ਕੁਝ ਕੈਮੀਕਲ ਰਿਲੀਜ਼ ਹੁੰਦੇ ਆ। ਹੁਣ ਮੈਡੀਕਲ ਸਾਇੰਸ ਨੇ ਉਹਨਾਂ ਕੁਝ ਚੀਜ਼ਾਂ ਨੂੰ ਡਿਟੈਕਟ ਕਰ ਲਿਆ, ਦੈਟ ਇਜ਼ ਐਨ ਡੋਪਾਮਾਈਨ। ਡੋਪਾਮਾਈਨ, ਆਈ ਐਮ ਫੀਲਿੰਗ ਐਕਸਾਈਟਿਡ ਵਿਦ ਦੈਟ। अच्छा, ਜਦੋਂ ਉਹਦਾ ਲੈਵਲ ਨਾਰਮਲ ਤੋਂ ਜ਼ਿਆਦਾ ਹੋ ਜਾਂਦਾ, ਲਗਾਤਾਰ ਰਿਲੀਜ਼ ਹੋਈ ਜਾਂਦਾ, ਤਾਂ ਮੀਨੀਆ 'ਚ ਵੀ ਜਾ ਸਕਦਾ ਹੈ। अच्छा, ਤੁਸੀਂ ਅਕਸਰ ਦੇਖਿਆ ਹੋਣਾ ਵਿਆਹਾਂ ਤੇ ਜਾਂ ਝਗੜੇ ਦੇ ਵਿੱਚ ਕੋਈ ਕਿਸੇ ਨੂੰ ਸ਼ੂਟ ਕਰ ਦਿੰਦਾ ਖੁਸ਼ੀ ਦੇ ਵਿੱਚ ਹੀ, ਉਹ ਫਾਇਰ ਉੱਪਰ ਕਰ ਰਿਹਾ ਹੁੰਦਾ ਓਵਰ ਐਕਸਾਈਟਮੈਂਟ 'ਚ, ਤਾਂ ਕਈ ਵਾਰ ਗਲਤੀਆਂ ਵੀ ਹੋ अच्छा, ਜਾਂਦੀਆਂ। ਤਾਂ ਉਹਨਾਂ ਦੇ ਵਿੱਚ ਮੇਨ ਇੱਕ ਕੰਡੀਸ਼ਨ ਹੈ। ਹੁਣ ਕਰਦੀ ਮੈਡੀਕਲ ਸਾਇੰਸ ਦੇ ਵਿੱਚ ਕੀ ਹੈ ਹੋਣਾ ਚਾਹੀਦਾ ਕਿ ਅਸੀਂ ਕੁਝ ਇਹੋ ਜਿਹੀਆਂ ਮੈਡੀਸਨਸ ਉਹਨਾਂ ਨੂੰ ਦਈਏ ਜਿਹੜੀਆਂ ਕਿ ਉਹ ਰਿਐਕਸ਼ਨ ਨੂੰ ਨਾਰਮਲ ਕਰ ਦੇਣ। अच्छा, ਹੋਮਿਓਪੈਥੀ ਇੱਕ ਇਹੋ ਜਿਹੀ ਸਫੀਸ਼ੀਐਂਟ ਸਾਇੰਸ ਹੈ ਜਿਹੜੀ ਹਰ ਇੱਕ, ਜਿਵੇਂ ਕਹਿੰਦਾ 300 ਸਾਲਾਂ ਤੋਂ ਹਰ ਇੱਕ ਜਿਹੜੇ ਵੀ ਅਸੀਂ ਪੈਮਾਨੇ ਤੇ ਲਾਇਆ ਉਹਨੇ पूरा उतरी है। नहीं, मुझे बड़ा ताजुब, मैंने जब पहली बार आपको देखा, आप किसी पेशेंट से ही बात कर रहे थे, जब उसके बाद उसके बारे में उसके ऐसे पर्सन ऐसे क्वेश्चन आप पूछ रहे, मुझे बड़ा ताजुब हुआ कि उस व्हाट दैट थिंग हैज़ टू डू विद इट, उसका रिलेशन बताओ कैसे आप, बिल्कुल जी। देखो आपकी जी, साइंस है, पहले उसको पर्सन को ही उसके एटीट्यूड उसके बिहेवियर को कैसे आप स्टडी करते हो? ਦੇਖੋ ਜੀ, ਜਦੋਂ ਸਭ ਤੋਂ ਪਹਿਲਾਂ ਤਾਂ ਹੋਮਿਓਪੈਥੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਪੇਸ਼ੈਂਟ ਦੀ ਜਿਹੜੀ ਆ ਉਹਦਾ ਬਿਹੇਵੀਅਰ ਜਾਂ ਕਿਸ ਤਰ੍ਹਾਂ ਦਾ ਜਾਂ ਉਹਦੀ ਬੈਕਗ੍ਰਾਉਂਡ ਆ, ਹਿਸਟਰੀ ਆ, ਉਹ ਜਾਣਨਾ ਬਹੁਤ ਜ਼ਰੂਰੀ ਹੈ। अच्छा, ਤੇ ਉਹਦੇ ਵਿੱਚ ਅਸੀਂ ਉਹਦੇ ਜੇ ਬੱਚਾ ਹੈ ਸਾਡੇ ਕੋਲ ਆਇਆ, ਬੱਚਾ ਛੋਟਾ ਹੈ, ਉਹ ਆਪਣੇ ਬਾਰੇ ਤਾਂ ਉਹ ਦੱਸ ਨਹੀਂ ਸਕਦਾ। ਕਈ ਬੱਚੇ ਆਪਣੇ ਆਪ ਨੂੰ ਨਹੀਂ ਐਕਸਪ੍ਰੈਸ ਕਰਦੇ ਜਾਂ ਬੋਲ ਨਹੀਂ ਪਾਉਂਦੇ, ਆਟਿਜ਼ਮ ਦੇ ਕੇਸ ਹੁੰਦੇ ਜਿਵੇਂ ਕਿ, ਉਹਨਾਂ ਦੇ ਵਿੱਚ ਅਸੀਂ ਜ਼ਿਆਦਾਤਰ ਉਹਦੇ ਮਦਰ ਦੀ ਹਿਸਟਰੀ ਲੈਂਦੇ ਹਾਂ। अच्छा, ਮਾਂ ਨੂੰ ਇਹ ਅਸੀਂ ਕੁਐਸਚਨ ਕਰਦੇ ਹਾਂ ਉਹਦੀ ਹਿਸਟਰੀ ਦੇ ਵਿੱਚ ਕਿ ਉਹ ਜਦੋਂ ਉਹ ਗਰਭਵਤੀ ਸੀਗੀ ਤਾਂ ਉਸ ਦੌਰਾਨ ਕੁਝ ਇਹੋ ਜਿਹੀ ਕੁਝ ਮਿਸਹੈਪਨਿੰਗ ਤਾਂ ਨਹੀਂ ਹੋਈਆਂ, ਜਾਂ ਫਿਰ ਕੁਝ ਇਸ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਤਾਂ ਨਹੀਂ अच्छा, ਹੋਇਆ। फैमिली में, अच्छा, ਬਿਲਕੁਲ। अच्छा, ਉਹਦੇ उसका, ਨਾਲ अच्छा, ਲੇਡੀ अच्छा, ਨਾਲ, अच्छा, ਤਾਂ ਕਿ ਜਿਹਦਾ ਇਫੈਕਟ ਬੱਚੇ ਦੇ ਪਰਵਰਿਸ਼ ਤੇ ਜਾਂ ਡਿਊਰਿੰਗ ਪ੍ਰੈਗਨੈਂਸੀ ਦੇ अच्छा, ਉਹਦੇ अच्छा, ਤੇ ਕੀ ਅਸਰ ਹੁੰਦਾ ਹੈ, ਉਹ ਅੱਗੇ ਜਾ ਕੇ ਕਾਫੀ ਇਹਨਾਂ ਚੀਜ਼ਾਂ ਦਾ ਇਫੈਕਟ ਜਿਹੜਾ ਇਹ ਜਾਣਨਾ ਜ਼ਰੂਰੀ ਆ। अच्छा, अच्छा, ਤਾਂ ਦੂਸਰਾ ਪਾਸ ਹਿਸਟਰੀ ਲੇਡੀ ਦੀ ਕੁਝ ਵੀ ਆ, ਜਾਂ ਫੈਮਿਲੀ ਹਿਸਟਰੀ ਕਹਿ ਦੋ, ਪਰਿਵਾਰ ਦੇ ਵਿੱਚ ਕੁਝ ਰੋਗ ਇਸ ਤਰ੍ਹਾਂ कोई ਦੇ ट्रेजेडी हुई हूँ बहुत, ਬਿਲਕੁਲ। हाँ, अच्छा, ਜਾਂ ਕੁਝ ਰੋਗ ਆਪਾਂ ਕਹਿ ਦੋ ਕਿ ਉਹਦੀ ਪੇਰੈਂਟਸ ਵੱਲੋਂ ਚੱਲੇ ਹੁੰਦੇ ਨੇ, ਤਾਂ ਉਹ ਵੀ ਕਹਿ ਦੋ ਕਿ ਤੁਸੀਂ ਬੱਚਿਆਂ ਦੇ ਉੱਤੇ ਗਾਂ ਦੇ ਗਾਂ ਪੀੜ੍ਹੀਦਾਰ ਚੱਲਦੇ ਨੇ, ਤੇ ਕੁਝ 40% ਜਿਹੜਾ ਤੁਸੀਂ ਕਹਿ ਦੋ ਉਹਨਾਂ ਤੇ ਇਫੈਕਟ ਹੁੰਦਾ ਹੈ ਇਸ ਚੀਜ਼ ਦਾ। अच्छा, अच्छा, ਬਾਕੀ ਜਿਹੜਾ 50-60% ਹੈ ਉਹ ਵਾਤਾਵਰਣ ਦਾ ਇਫੈਕਟ। अच्छा, ਸੋ ਇਹ ਦੋਨੇ ਚੀਜ਼ਾਂ ਜਿਹੜੀਆਂ ਨੇ ਇਹ ਪੂਰਾ ਸਾਨੂੰ ਇੱਕ ਇਹਦੇ ਲਈ ਪੂਰੀ ਕਾਉਂਸਲਿੰਗ ਜਾਂ ਕਹਿ ਦੋ ਕਿ ਇੱਕ ਪੂਰੀ ਕੇਸ ਹਿਸਟਰੀ Case study ਬਣ ਜਾਂਦੀ ਹੈ। ਹਾਂਜੀ, ਅੱਛਾ। ਤੇ ਉਹ ਘੰਟਾ ਡੇਢ ਘੰਟਾ ਲਾਉਣਾ ਬਹੁਤ ਜ਼ਰੂਰੀ ਹੈ। ਜਦੋਂ ਪਹਿਲੀ ਵਾਰੀ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਹੈ ਤਾਂ ਉਹਦੇ ਪਿੱਛੇ ਉਹਦਾ ਕੀ ਰੀਜ਼ਨ ਆ, ਤਾਂ ਕੀ ਉਹਦਾ ਰਿਐਕਸ਼ਨ ਕੀ ਹੋਇਆ ਉਸ ਟਾਈਮ ਦੇ ਉੱਤੇ, ਇਹ ਅੱਛਾ। ਜਾਣਨਾ ਬਹੁਤ ਹੀ ਜ਼ਰੂਰੀ ਹੈ ਜੇ ਅਸੀਂ ਉਹਨੂੰ ਰੀਅਲੀ ਹੋਮਿਓਪੈਥਿਕ ਮੈਡੀਸਨ ਦੇ ਨਾਲ ਜਾਂ ਦਵਾਈ ਨਾਲ ਟ੍ਰੀਟਮੈਂਟ करना होता था। डॉक्टर साहब, मैं आपसे ये वही पहले सवाल पूछ रहा था कि नेगेटिविटी हमारे अंदर क्यों आती है? कई लोगों में रिस्क टॉलरेंस नहीं है, वो रिस्क लेते नहीं, है ना, तो कई लोगों में नेगेटिविटी बहुत ज़्यादा है कि वो हर छोटे स्टेप लेने के लिए डरते हैं। क्या उसका क्या रीज़न आप समझते हो? ਗੁਪਤਾ ਜੀ, ਡੇ ਫਸਟ ਤੋਂ ਬੱਚੇ ਦੀ ਪਰਵਰਿਸ਼ ਕਿੱਦਾਂ ਹੋਈ ਹੈ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। अच्छा, ਜੇ ਤਾਂ ਪੇਰੈਂਟਸ ਨੇ ਬੱਚੇ ਨੂੰ ਬਹੁਤ ਦਬਾ ਕੇ ਰੱਖਿਆ ਕਿ ਉਹ ਆਪਣੀ ਗੱਲ ਕਹਿ ਹੀ ਨਹੀਂ ਸਕਿਆ ਸਾਰੀ ਜ਼ਿੰਦਗੀ अच्छा, ਪੇਰੈਂਟਸ अच्छा, ਸਾਹਮਣੇ, अच्छा, ਤਾਂ ਇਹੋ ਜਿਹੇ ਪੇਰੈਂਟਸ ਤੇ ਬੱਚੇ ਦੇ ਵਿੱਚ ਕਦੇ ਬਹੁਤਾ ਜ਼ਿਆਦਾ ਤਾਲਮੇਲ ਨਹੀਂ ਬੈਠਦਾ। अच्छा, इम्पोज नहीं करनी चाहिए पेरेंट्स। हाँ, अच्छा, बिल्कुल। okay, अच्छा, ਤਾਂ ਜਦੋਂ
ਇੱਕ ਪੈਸੇਜ ਆਫ ਟਾਈਮ ਹਿਊਮਨ ਬਾਡੀ ਇਹੋ ਜਿਹੀ ਆ ਵੀ ਇਹਨੇ 올ਡ ਏਜ ਦੇ ਵਿੱਚ ਜਾ ਕੇ ਕਮਜ਼ੋਰ ਹੁੰਦੇ ਜਾਣਾ। ਜਿਹੜਾ ਅਸੀਂ ਬੱਚਾ ਪਾਲ ਰਹੇ ਹਾਂ, ਮੈਨੂੰ ਲੱਗਦਾ ਕਈ ਵਾਰੀ ਵੀ ਅਸੀਂ ਉੱਤੇ ਅਹਿਸਾਨ ਕਰਦੇ ਹਾਂ ਜਦੋਂ ਅਸੀਂ ਪੇਰੈਂਟਸ ਨਾਲ ਬਹੁਤਿਆਂ ਨਾਲ ਗੱਲ ਕਰੀਦੀ ਆ ਵੀ ਅਸੀਂ ਤੈਨੂੰ ਇੱਥੇ ਲੈਣ ਦਾ ਸਭ ਕੁਝ ਦੇ ਰਹੇ ਹਾਂ। ਅੱਛਾ ਤੇ ਜੇ approach ਹੀ wrong ਹੈ। ਜੇ ਅਸੀਂ ਉਹ ਅਹਿਸਾਨ ਹੀ ਕਰਨਾ ਹੈ, ਤਾਂ ਤੀਸਰੇ ਤੇ ਹੀ ਕਰ ਲਓ, ਕਿਉਂ ਅਸੀਂ ਉਹਨੂੰ ਪੈਦਾ ਕਰਨਾ ਸੀਗਾ। ਅੱਛਾ, ਜੇ ਅਸੀਂ ਅਹਿਸਾਨ ਹੀ ਕਰਨਾ, ਲੋਕ ਤਾਂ ਕਈ ਵਾਰੀ ਹੁਣ ਮੈਂ ਦੇਖਦਾ ਜਾ ਕੇ ਤਾਂ ਬੱਚਿਆਂ ਦੀ ਜਿਹੜੀ ਫੀਲਿੰਗਸ ਆ, ਮੈਂ ਇਹ ਨਹੀਂ ਕਹਿੰਦਾ ਬੱਚੇ ਨੂੰ ਅਸੀਂ ਸਭ ਕੁਝ ਪ੍ਰੋਵਾਈਡ ਕਰੀਏ ਤਾਂ ਉਹ ਬਹੁਤੇ ਵੀ ਚੰਗੇ ਪੇਰੈਂਟਸ ਨਹੀਂ। ਮੈਂ ਤਾਂ ਸਿਰਫ ਇਹ ਜਾਣਦਾ ਵੀ ਤੁਸੀਂ ਉਹਨਾਂ ਦੀ ਘੱਟ ਤੋਂ ਘੱਟ ਗੱਲ ਸੁਣੋ। ਅੱਛਾ ਗੱਲ ਸੁਣਨ ਤੋਂ ਬਾਅਦ ਉਹਦੇ ਕੋਈ ਆਪਾਂ ਇੱਕ ਪ੍ਰੋਪਰ ਸੋਲੂਸ਼ਨ ਕੱਢ ਸਕੀਏ। ਨਹੀਂ ਉਹਨੂੰ ਕੁਝ ਤਾਂ ਐਡਵਾਈਸ ਤਾਂ ਕਰ ਸਕਦੇ ਹਾਂ, ਅਫੋਰਡ ਕਰ ਸਕਦੇ हैं, ਜਾਂ ਇੰਨੀ देर बाद कर लेंगे, या तेरे लिए वो चीज़ चंगी है या नहीं चंगी। नहीं, कई बार फैमिली में डिसिप्लिन लाने के लिए पेरेंट्स थोड़ा सख्ती भी बरतते हैं बच्चों के लिए, वहाँ वो जायज़ नहीं आप समझते उसको? या एक एज ਹੁੰਦੀ ਹੈ ਜੀ ਜਦੋਂ ਉਹ ਜਾਇਜ਼ ਹੋਵੇ। ਅੱਛਾ। ਪਰ ਜਿਹੜਾ ਬੱਚਾ ਹੈ ਹੀ ਛੋਟਾ, ਜੇ ਅਸੀਂ ਉਹਨੂੰ ਡਿਵੈਲਪ ਹੋਣ ਦਾ, ਹੁਣ ਛੋਟਾ ਫੁੱਲ ਹੈ, ਇੱਕ ਮੈਂ ਪਲਾਂਟ ਲਾਇਆ ਤੇ ਮੈਂ ਉਹਨੂੰ ਡਿਵੈਲਪ ਹੋਣ ਦਾ ਮੌਕਾ ਹੀ ਨਹੀਂ ਦਊਂਗਾ, ਕਟਿੰਗ ਪਹਿਲਾਂ ਹੀ ਕਰਦੇ ਆ ਤਾਂ ਉਹਨੇ ਡਿਵੈਲਪ ਹੋਣਾ ਹੀ ਨਹੀਂ। ਉਹਨੂੰ ਡਿਵੈਲਪ ਹੋਣ ਦਿਓ ਜਿੱਥੇ ਲੱਗਦਾ। ਜਿੱਦਾਂ ਹੁਣ ਇੱਕ ਮੈਂ ਘਰ ਪਲਾਂਟ ਵੀ ਲਾਇਆ, ਜੇ ਮੈਂ ਉਹਦੀ ਪ੍ਰੋਪਰ ਕਟਿੰਗ ਨਹੀਂ ਕਰੂੰਗਾ ਉਹਨੇ ਵਾਈਲਡ ਹੋ ਜਾਣਾ। ਪਰ ਉਹ ਕਟਿੰਗ ਮੈਨੂੰ ਦੇਖਣ ਦੀ ਲੋੜ ਆ ਨਾ, ਕਿੱਥੇ ਕਰਾਂ। ਅੱਛਾ, ਗਰੋਥ ਪ੍ਰੋਪਰ ਚਾਹੀਦੀ। ਹਾਂਜੀ, ਮੈਨੂੰ ਉਹਦੇ ਲਈ ਜ਼ਰੂਰੀ ਕੀ ਹੈ ਵੀ ਮੈਂ ਘਰ ਵੀ ਧਿਆਨ ਦੇਵਾਂ ਜਿੰਨਾ ਮੈਂ ਕੰਮ ਤੇ ਧਿਆਨ ਦਿੰਦਾ। ਮੇਰੇ ਬੱਚੇ ਨੂੰ ਇਕੱਲੇ ਡਾਲਰਾਂ ਦੀ ਲੋੜ ਨਹੀਂ, ਉਹਨੂੰ ਮਾਂ-ਪਿਓ ਦੀ ਵੀ ਲੋੜ ਹੁੰਦੀ ਹੈ। ਪੇਰੈਂਟਸ ਸਾਡੇ ਬਰਡਨ ਇੰਨਾ ਵਧਿਆ ਹੋਇਆ। ਅਸੀਂ ਹੁਣ ਗੁਪਤਾ ਜੀ, ਤੁਸੀਂ ਇਸ ਗੱਲ ਨੂੰ, ਚਾਹੇ ਮੈਨੂੰ ਲੱਗਦਾ ਵੀ ਦੁੱਖ ਨਾ ਮਨਾਉਣ ਪੰਜਾਬੀ, ਪਰ ਸਾਡੇ ਵਿੱਚ ਜੋ ਦੇਖ ਦਿਖਾਵੇ ਪਿੱਛੇ ਇੱਕ ਦੂਜੇ ਤੋਂ ਵੱਡੇ ਕਾਰ, ਵੱਡੀਆਂ ਗੱਡੀਆਂ ਨਿਕਲਣ, ਉਹਦੇ ਵਿੱਚੋਂ ਐਂਡ 'ਚ ਕੁਝ ਨਹੀਂ ਲੱਗੀ ਹੋਈ ਹੈ। ਹਾਂਜੀ, ਉਹ ਜੋ ਰੈਟ ਰੇਸ ਕਹਿੰਦੇ ਆ ਜੀ ਅਸੀਂ ਇਹਨੂੰ, ਤਾਂ ਉਹ ਜਿਹੜੀ ਰੈਟ ਰੇਸ ਲੱਗੀ ਉਹਦਾ ਐਂਡ ਰਿਜ਼ਲਟ ਕੁਝ ਨਹੀਂ ਨਿਕਲਦਾ ਸਿਵਾਏ ਡਿਪਰੈਸ਼ਨਸ, ਘਰੇਲੂ ਝਗੜਿਆਂ ਤੋਂ, ਬੱਚਿਆਂ ਦੇ ਖਰਾਬ ਹੋਣ ਤੋਂ ਕੁਝ ਨਹੀਂ ਨਿਕਲਦਾ। ਮਟੀਰੀਅਲ ਗੇਨ ਲੈ ਲਿਆ ਫॉर द टाइम बीइंग, ਹਾਂ, ਲੇਕਿਨ ਦੈਟਸ ਨਾਟ ਰੀਅਲ ਹੈਪੀਨੈਸ। ਹੁਣ ਲੋੜ ਇਹ ਹੈ ਜੀ, ਜੇ ਹੁਣ ਮੇਰੇ ਕੋਲ ਮੈਂ ਅਰਨ ਕਰਦਾ, ਮੈਨੂੰ ਬੱਚੇ ਲਈ ਮੈਂ ਟਾਈਮ ਨਹੀਂ ਦੇ ਰਿਹਾ, ਬੱਚੇ ਨੂੰ ਅੱਛਾ ਬੇਟਾ ਆਲ ਟਾਈਮ ਪੈਸੇ ਲੈ ਲਾ, ਤੂੰ ਆਪਣੇ ਆਪ ਚੀਜ਼ ਲੈ, ਯੂ ਹੈਵ ਟੂ ਟੇਕ ਮਨੀ। ਜਦੋਂ ਮੈਂ ਐਲਡਰ ਏਜ ਦੇ ਵਿੱਚ ਮੈਂ ਐਕਸਪੈਕਟ ਕਰਦਾ ਵੀ ਮੇਰਾ ਬੇਟਾ ਮੇਰੇ ਕੋਲ ਕੁਝ ਟਾਈਮ, ਚਾਹੇ ਉਹ ਜੌਬ ਤੇ ਜਾਵੇ, ਜੌਬ ਤੇ ਜਾਵੇ, 2 ਮਿੰਟ ਰੁਕ ਜੇ, ਹਾਂ ਪਾਪਾ ਚਾਹ ਦਾ ਸਿਪ ਲੈਣ ਲੱਗੇ, ਇਟਸ ਓਕੇ, ਮੈਨੂੰ ਲੱਗਦਾ ਸਾਰਾ ਦਿਨ ਬਹੁਤ ਵਧੀਆ ਸੁੱਖ ਨਾਲ ਨਿਕਲਦਾ। ਬਿਲਕੁਲ ਸਹੀ ਬਾਤ ਹੈ। ਤੇ ਜੇ ਹੁਣ ਮੈਂ ਬੱਚੇ ਨੂੰ ਟਾਈਮ ਦਊਂਗਾ ਤਾਂ ਜਾਣ ਲੱਗਿਆ ਉਹ ਵੀ ਮੈਨੂੰ ਕਹਿ ਦੂ ਪਾਪਾ ਡਾਲਰ ਲੈ ਲਓ, ਤੁਸੀਂ ਆਪਣੇ ਆਪ ਹੈਪੀਨੈਸ ਲੈ ਆਓ, ਦੈਟਸ ਸਫੀਸ਼ੀਐਂਟ। ਸਹੀ ਬਾਤ। ਤਾਂ ਉਸ ਚੀਜ਼ ਤੋਂ ਸ਼ੁਰੂ ਹੁੰਦੀ ਹੈ ਲਾਈਫ। ਹੁਣ ਉਹ ਬੱਚਾ ਜਿਹੜਾ ਅਸੀਂ ਪਾਲਿਆ ਹੀ ਇੱਦਾਂ, ਜਿਹਦੇ ਮਨ ਦੇ ਵਿੱਚ ਹਰ ਟਾਈਮ ਪੇਰੈਂਟਸ ਲਈ ਨਫ਼ਰਤ ਭਰੀ ਜਾ ਰਹੀ ਹੈ, ਸਮਾਜ ਲਈ ਉਹਦੀ ਬਾਹਰ ਨਹੀਂ ਗੱਲ ਸੁਣਦਾ, तो बच्चा कुट कुट के जिਉਂਦਾ। नहीं, कईयों में डिपेंडेबिलिटी बहुत ज़्यादा है, वो भी रीज़न एक है। बिल्कुल डिपेंडेबिलिटी ਦਾ ਮਤਲਬ ਕੀ ਹੈ ਵੀ ਹੁਣ ਤੁਸੀਂ ਬੱਚੇ ਨੂੰ ਇਨਕਰੇਜ ਕਰੋ। ਬੱਚੇ ਦਾ ਵਿਸਤਾਰ ਨਹੀਂ ਹੋਇਆ, ਅਸੀਂ ਇਨਕਰੇਜ ਕੀਤਾ ਹੀ ਨਹੀਂ ਕਦੇ, ਉਹਨੂੰ ਮੋਟੀਵੇਟ ਹੀ ਨਹੀਂ ਕੀਤਾ। ਇੱਕ ਛੋਟੇ ਜਿਹੇ ਤੁਸੀਂ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ ਤਾਂ ਇਹਦੇ ਵਿੱਚ ਇੱਕ ਹਿਸਟਰੀ ਪੜ੍ਹਦਾ ਮੈਂ ਕਈ ਵਾਰ, ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕੁਝ ਇਨਸੀਡੈਂਟਸ ਪੜ੍ਹ ਕੇ। ਤਾਂ ਇੱਕ ਕਿਲ੍ਹਾ ਲੋਹਗੜ੍ਹ ਦਾ ਇਨਸੀਡੈਂਸ ਮੈਂ ਅਕਸਰ ਆਪਣੇ ਬੱਚਿਆਂ ਨਾਲ ਬਹੁਤ ਡਿਸਕਸ ਕਰਦਾ ਹੁੰਦਾ ਵੀ ਇਨਸਾਨ ਕਿੱਦਾਂ ਕੁਝ ਕਰ ਸਕਦਾ। ਤਾਂ ਮੈਂ ਹਿਸਟਰੀ 'ਚ ਪੜ੍ਹਿਆ, ਸ਼ਾਇਦ ਮੈਂ ਜੇ ਕਿਤੇ ਗਲਤ ਵੀ ਹੋਵਾਂ ਤਾਂ ਮੈਨੂੰ ਮਾਫ਼ ਕਰਿਓ ਉਹਦੇ ਲਈ। ਤਾਂ ਮੈਂ ਸੁਣਿਆ ਵੀ ਜਦੋਂ ਸ਼ਰਾਬ ਨਾਲ ਹਾਥੀ ਨੂੰ ਰਜਾ ਕੇ ਉਹਨਾਂ ਨੇ ਉਹਦੇ ਉੱਪਰ ਲੋਹੇ ਦੀਆਂ ਤਵੀਆਂ ਬੰਨ੍ਹ ਕੇ ਪੂਰਾ ਲਾ ਕੇ ਤਾਂ ਕਿਲ੍ਹੇ ਦਾ ਗੇਟ ਤੋੜਨ ਲਈ ਲੋਹਗੜ੍ਹ ਦਾ ਛੱਡਿਆ ਉਹਨੂੰ, ਜੋ ਵੀ ਉਸ ਟਾਈਮ ਦੇ ਰਾਜੇ ਸੀਗੇ। ਤਾਂ ਸਾਹਮਣੇ ਤੋਂ ਵੱਡੇ ਵੱਡੇ ਜਿਹੜੇ ਕਹਿੰਦੇ ਕਹਾਉਂਦੇ ਸੂਰਮੇ ਸੀ ਉਹ ਪਿੱਛੇ ਹਟ ਗਏ ਸੀ। ਤਾਂ ਇੱਕ ਛੋਟੇ ਜਿਹੇ ਪਤਲੇ ਸਰੀਰ ਦਾ, ਛੋਟੀ ਹਾਈਟ ਦਾ ਬੰਦਾ ਸਾਹਮਣੇ ਆਇਆ। ਅੱਛਾ, ਠੀਕ ਹੈ ਜੀ। ਉਹਨੂੰ ਗੁਰੂ ਸਾਹਿਬ ਨੇ ਆਪਣੀ ਨਾਗਣੀ ਦਿੱਤੀ। ਨਾਗਣੀ ਮਤਲਬ ਇੱਕ ਹਥਿਆਰ ਆ ਜਿਹੜਾ ਇਦਾਂ ਸਕਰੋਲ ਵਰਗਾ ਸੀਗਾ, ਸਵਿਰਲ ਹੋ ਰਿਹਾ ਸੀਗਾ। ਉਹਨਾਂ ਨੇ ਉਹ ਜਾ ਕੇ ਉਹਦੇ ਨਾਲ ਹੱਥ ਹੀ ਰੋਕਤਾ। ਇਹ ਕੰਟਰਾਡਿਕਸ਼ਨ ਹੋਵੇ, ਤਵੀ ਪਾੜਤੀ, ਅੱਖ 'ਚ ਲੱਗੀ, ਮੈਂ ਉਹਨਾਂ ਚੀਜ਼ਾਂ ਪਿੱਛੇ ਨਹੀਂ ਜਾਂਦਾ। ਉਸ ਬੰਦੇ ਨੂੰ, ਛੋਟੇ ਜਿਹਾ ਜਿਹੜਾ ਬੰਦਾ ਉੱਥੇ ਜੌਬ ਕਰਦਾ, ਵੱਡੇ ਵੱਡੇ ਦੌੜ ਗਏ, ਉਹਨੂੰ ਕਿਹਨੇ ਇਨਕਰੇਜਮੈਂਟ ਦਿੱਤੀ ਆ? ਗੁਰੂ ਸਾਹਿਬ ਦੇ ਇੱਕ ਬਚਨ ਨੇ, ਜਿਹਨੇ ਥਾਪੜਾ ਦਿੱਤਾ ਵੀ ਚੱਲ, ਤਾਂ ਉਹਨੂੰ ਲੱਗਿਆ ਵੀ ਰੱਬ ਹੀ ਮੇਰੇ ਨਾਲ ਆ, ਰੱਬ ਹੀ ਵਸਦਾ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ। ਤੇ ਇੱਦਾਂ ਹੀ ਜੇ ਮੇਰੇ ਬੱਚੇ ਨੂੰ ਲੋੜ ਹੈ, ਮੈਂ ਬੱਚੇ ਨੂੰ ਜਾ ਕੇ, ਉਹ ਕੋਈ ਗੇਮ ਖੇਡ ਰਿਹਾ, ਮੈਂ ਉਹਦੇ ਲਈ 10 ਮਿੰਟ ਨਹੀਂ ਕੱਢੇ, ਮੈਂ ਜਾ ਕੇ ਇਨਕਰੇਜ ਹੀ ਕਰ ਦੇਣਾ, ਤੁਸੀਂ ਇਹਦੀ ਪਰਫਾਰਮੈਂਸ 'ਚ ਫਰਕ ਦੇਖੋ। ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਬੱਚਾ समाज ਦੇ ਵਿੱਚ ਬਹੁਤ ਵਧੀਆ सेहतमंद जीवन देवे। जे ਅਸੀਂ बीजांगे सेहतमंद ਤਾਂ ही सेहतमंद होगा। डॉक्टर साहब, बड़े ऐसे टॉपिक पे हमने बात शुरू कर दी, वो कभी ना खत्म होने वाली है। आपका हमारे स्टूडियो में आने के लिए बहुत शुक्रिया। अगली बार ऐसी बातें फिर प्रोग्राम में फिर जारी रखें। थैंक यू गुप्ता जी, थैंक यू वॉइस ऑफ इंडिया।